ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸੰਨ 1918 ਈਸਵੀ ਵਿੱਚ ਸਿੱਖ ਐਜੂਕੇਸ਼ਨਲ ਕਾਨਫਰੰਸ ਦਾ ਸਮਾਗਮ ਗੁਜਰਾਂਵਾਲੇ ਵਿਖੇ ਹੋਣਾ ਨਿਯਤ ਹੋਇਆ। ਇੱਥੋਂ ਦੀ ਰਿਸੈਪਸ਼ਨ ਕਮੇਟੀ ਨੇ ਬੜਾ ਹੀ ਯਤਨ ਕੀਤਾ ਕਿ ਇਸ ਦੇ ਪ੍ਰਧਾਨ ਸੰਤ ਜੀ ਮਹਾਰਾਜ ਜਾਂ ਭਾਈ ਅਰਜਨ ਸਿੰਘ ਜੀ ਬਾਗੜੀਆਂ ਹੋਣ। ਇਹਨਾਂ ਦੀ ਛਤਰ ਛਾਇਆ ਹੇਠ ਜਿਹੜੀ ਗਲਤ ਫਹਿਮੀ ਚੀਫ ਖਾਲਸਾ ਦੀਵਾਨ ਅਤੇ ਮਹਾਰਾਜ ਰੀਪੂ ਦਮਨ ਸਿੰਘ ਮਾਲਵਿੰਦਰ ਬਹਾਦਰ ਵਿੱਚ ਆਨੰਦ ਮੈਰਿਜ ਬਿੱਲ ਦੇ ਸਮੇਂ ਪੈ ਗਈ ਸੀ, ਦੂਰ ਹੋ ਜਾਵੇ। ਡੈਪੂਟੇਸ਼ਨ ਬਣ ਕੇ ਵੀ ਅੰਮ੍ਰਿਤਸਰ ਪੁੱਜਾ, ਪਰ ਕੋਈ ਗੱਲਬਾਤ ਸਿਰੇ ਨਾ ਚੜ੍ਹੀ। ਐਜੂਕੇਸ਼ਨਲ ਕਮੇਟੀ ਚੀਫ ਖਾਲਸਾ ਦੀਵਾਨ ਨੇ ਇਸ ਸਮਾਗਮ ਦੇ ਪ੍ਰਧਾਨ ਸਰਦਾਰ ਰਘਬੀਰ ਸਿੰਘ ਰਾਜਾ ਸਾਂਸੀ ਵਾਲੇ ਨੂੰ ਚੁਣਿਆ ਅਤੇ ਗੁਰੂ ਨਾਨਕ ਖਾਲਸਾ ਕਾਲਜ ਕਮੇਟੀ ਨੇ ਫੈਸਲਾ ਕੀਤਾ ਕਿ ਕਾਲਜ ਦੀ ਨੀਂਹ ਸੰਤ ਜੀ ਮਹਾਰਾਜ ਦੇ ਪਵਿੱਤਰ ਹਸਤ ਕਮਲਾਂ ਤੋਂ ਰਖਾਈ ਜਾਵੇ ਅਤੇ ਜਿਹੜਾ ਸਮਾਂ ਗੁਰੂ ਨਾਨਕ ਖਾਲਸਾ ਕਾਲਜ ਦੀ ਅਪੀਲ ਦਾ ਮਿਲੇ, ਉਸ ਦੇ ਪ੍ਰਧਾਨ ਸੰਤ ਜੀ ਮਹਾਰਾਜ ਹੋਣ। ਸੋ ਸੰਗਤ ਦੇ ਖਿੱਚੇ ਹੋਏ ਸਮਾਗਮ ਤੋਂ 2-3 ਦਿਨ ਪਹਿਲਾਂ ਹੀ ਸੰਤ ਜੀ ਮਹਾਰਾਜ ਨੇ ਗੁਜਰਾਂਵਾਲੇ ਦਰਸ਼ਨ ਦਿੱਤੇ ਅਤੇ ਸਾਧ ਸੰਗਤ ਨੂੰ ਬੜਾ ਹੀ ਨਿਹਾਲ ਕੀਤਾ। ਕਾਨਫਰੰਸ ਦਾ ਜਲੂਸ ਬੜਾ ਸ਼ਾਨਦਾਰ ਨਿਕਲਿਆ। ਜਿੰਨੀ ਰੌਣਕ ਇਸ ਕਾਨਫਰੰਸ ਦੇ ਦੀਵਾਨ ਅਸਥਾਨ ਅਤੇ ਲੰਗਰ ਵਿੱਚ ਹੋਈ, ਉਹ ਪਹਿਲਾਂ ਕਦੇ ਵੀ ਨਹੀਂ ਸੀ ਹੋਈ ਅਤੇ ਫਿਰ ਕਿਸੇ ਥਾਂ ਮੁੜ ਕੇ ਨਹੀਂ ਹੋਈ। ਕਾਨਫਰੰਸ ਲਹਿਰ ਦੀ ਉੱਚੀ ਤੋਂ ਉੱਚੀ ਟੀਸੀ ਆਪਣੇ ਜਨਮ ਅਸਥਾਨ 'ਤੇ ਹੋਈ। ਇਸ ਦੇ ਮਗਰੋਂ ਫਿਰ ਹੇਠਾਂ ਹੀ ਹੁੰਦੀ ਚਲੀ ਗਈ। ਜਲੂਸ ਦੇ ਮਗਰੋਂ ਦੂਜੇ ਦਿਨ ਅੰਮ੍ਰਿਤ ਵੇਲੇ ਦੇ ਦੀਵਾਨ ਦੇ ਪਿੱਛੋਂ 10 ਵਜੇ ਕਾਨਫਰੰਸ ਸ਼ੁਰੂ ਹੋਈ। ਧਾਰਮਿਕ ਦੀਵਾਨ ਖਾਲਸਾ ਹਾਈ ਸਕੂਲ ਅਤੇ ਉਸ ਦੇ ਬੋਰਡਿੰਗ ਦੇ ਵਿਚਕਾਰਲੇ ਖੁੱਲ੍ਹੇ ਮੈਦਾਨ ਵਿੱਚ ਸੀ। ਡਾਇਸ ਉੱਤੇ ਸਤਿਗੁਰ ਜੀ ਦੀ ਤਾਬੇ ਸੰਤ ਜੀ ਮਹਾਰਾਜ ਸਜੇ ਹੋਏ ਸਨ ਅਤੇ ਇਹਨਾਂ ਦੇ ਨਾਲ ਖੱਬੇ ਪਾਸੇ ਭਾਈ ਭਾਗ ਸਿੰਘ ਜੀ ਦਾ ਜਥਾ ਕੀਰਤਨ ਕਰ ਰਿਹਾ ਸੀ। ਹੋਰ ਪਤਵੰਤੇ ਅਤੇ ਰਿਸੈਪਸ਼ਨ ਕਮੇਟੀ ਦੇ ਸੱਜਣ ਇਹਨਾਂ ਦੇ ਪਿੱਛੇ ਸਜੇ ਹੋਏ ਸਨ। ਇਸ ਤੋਂ ਹੇਠਾਂ ਚੌਗਾਨ ਦੇ ਵਿੱਚ ਸੱਜੇ ਪਾਸੇ ਬੀਬੀਆਂ ਅਤੇ ਖੱਬੇ ਪਾਸੇ ਪ੍ਰੇਮੀ 20-20 ਹਜ਼ਾਰ ਦੀ ਗਿਣਤੀ ਵਿੱਚ ਭਰਪੂਰ ਸਨ। ਦਾਸ ਸੰਤ ਤੇਜਾ ਸਿੰਘ ਵੀ ਸੰਤ ਜੀ ਮਹਾਰਾਜ ਦੇ ਪਿੱਛੇ ਹੀ ਬੈਠੇ ਸਨ। ਸਾਧ ਸੰਗਤ ਨੇ ਦੀਵਾਨ ਦੇ ਪ੍ਰਬੰਧ ਦਾ ਪਹਿਰਾ ਦਾਸ ਨੂੰ ਬਖਸ਼ਿਆ ਹੋਇਆ ਸੀ। ਜਦ 12ਵੇਂ ਸਲੋਕ ਦੀ ਪੌੜੀ ਪੜ੍ਹੀ ਗਈ ਤਦ ਭਾਈ ਹੀਰਾ ਸਿੰਘ ਜੀ ਨੇ ਹੱਥ ਜੋੜ ਕੇ ਸੰਤ ਜੀ ਮਹਾਰਾਜ ਅੱਗੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਇਹ ਸਮਾਗਮ ਸਾਡੇ ਸਾਂਭਣ ਦਾ ਨਹੀਂ, ਹਜ਼ੂਰ ਕਿਰਪਾ ਕਰੋ। ਇਹ ਸੁਣ ਕੇ ਸੰਤ ਜੀ ਮਹਾਰਾਜ ਨੇ ਸ਼ਬਦ ਕੀਰਤਨ ਦੀ ਉਹ ਝੜੀ ਲਾਈ ਕਿ ਜ਼ਮੀਨ ਅਸਮਾਨ ਰੱਬੀ ਨੂਰ ਨਾਲ ਭਰਪੂਰ ਹੋ ਗਏ। ਸਾਰੀ ਸਾਧ ਸੰਗਤ ਸ਼ਬਦ ਦੇ ਰੰਗ ਵਿੱਚ ਮਸਤ ਸਤਿਗੁਰੂ ਦੇ ਚਰਨਾਂ ਨਾਲ ਜੁੜ ਗਈ। ਇੱਕ ਪਾਸੇ ਬੜੀ ਉੱਚੀ ਸੁਰ ਵਿੱਚ ਸੰਤ ਜੀ ਮਹਾਰਾਜ ਸ਼ਬਦ ਪੜ੍ਹਦੇ, ਫਿਰ ਸਾਰੀ ਸਾਧ ਸੰਗਤ ਅਤੇ ਫਿਰ ਬੀਬੀਆਂ। ਛੱਕੇ ਅਤੇ ਆਸਾ ਜੀ ਦੀ ਵਾਰ ਦੀਆਂ ਤੁਕਾਂ ਸੰਤ ਜੀ, ਸਾਧ ਸੰਗਤ ਅਤੇ ਬੀਬੀਆਂ ਅਗਲੀ ਵਾਰੋ ਵਾਰੀ ਪੜ੍ਹੀ ਜਾਂਦੇ। ਸਰਬੱਤ ਦਾ ਇਸ ਰੱਬੀ ਅੰਮ੍ਰਿਤ ਭਿੰਨੇ ਕੀਰਤਨ ਦੇ ਮਹਾਂ ਜੱਗ ਵਿੱਚ ਹਿੱਸਾ ਪੈਂਦਾ। ਠੀਕ 7:30 ਵਜੇ ਆਸਾ ਜੀ ਦੀ ਵਾਰ ਦਾ ਭੋਗ ਪਿਆ ਅਤੇ ਸਾਧ ਸੰਗਤ ਆਪੋ ਆਪਣੇ ਆਸਨਾਂ 'ਤੇ ਚਲੀ ਗਈ। ਫਿਰ ਜਲ ਪਾਣੀ ਪ੍ਰਸ਼ਾਦ ਛਕ ਕਾਨਫਰੰਸ ਦੇ ਪੰਡਾਲ ਵਿੱਚ ਤੁਰ ਪਏ। ਠੀਕ 9 ਵਜੇ ਦਾਖਲਾ ਸ਼ੁਰੂ ਹੋ ਗਿਆ। 10 ਵਜੇ ਪੰਡਾਲ ਭਰਪੂਰ ਹੋ ਗਿਆ। ਪ੍ਰਧਾਨ, ਵਿਦਿਅਕ ਅਤੇ ਰਿਸੈਪਸ਼ਨ ਕਮੇਟੀ ਦੇ ਮੈਂਬਰ, ਸਪੈਸ਼ਲ ਡੈਲੀਗੇਟ ਦੇ ਵਿਜ਼ਿਟਰ ਡਾਇਸ 'ਤੇ ਸੱਜ ਗਏ। ਕੁਝ 5 ਕੁ ਮਿੰਟ ਮਗਰੋਂ ਸੰਤ ਜੀ ਮਹਾਰਾਜ ਨੇ ਦਰਸ਼ਨ ਦਿੱਤੇ। ਸਾਰੀ ਸੰਗਤ ਇੱਕੋ ਵਾਰੀ ਆਪਣੇ ਪੈਰਾਂ 'ਤੇ ਖੜ੍ਹੀ ਹੋ ਗਈ। ਖੁਸ਼ੀ ਤੇ ਘੜਿਆਲ ਵੱਜੇ। ਨਾਮ ਬਾਣੀ ਦੇ ਮਲਾਹ ਆਪਣੇ ਰੰਗ ਵਿੱਚ ਮਸਤ ਡਾਇਸ ਉੱਤੇ ਪ੍ਰਧਾਨ ਜੀ ਦੇ ਪਾਸ ਇੱਕ ਰੁਪੈਲੀ ਕੁਰਸੀ 'ਤੇ ਬੈਠ ਗਏ। ਇਸ ਦਿਨ ਦਾ ਪ੍ਰੋਗਰਾਮ ਇਹ ਸੀ ਕਿ ਕਾਨਫਰੰਸ ਅਤੇ ਰਿਸੈਪਸ਼ਨ ਕਮੇਟੀ ਦੇ ਪ੍ਰਧਾਨ ਜੀ ਦੇ ਐਡਰੈਸਾਂ ਮਗਰੋਂ ਐਜੂਕੇਸ਼ਨਲ ਕਮੇਟੀ ਨੇ ਆਪਣੇ ਵਿਦਿਅਕ ਫੰਡ ਲਈ ਅਪੀਲ ਰੱਖੀ ਸੀ। ਠੀਕ 4 ਵਜੇ ਗੁਰੂ ਨਾਨਕ ਖਾਲਸਾ ਕਾਲਜ ਦੀ ਨੀਂਹ ਸੰਤ ਜੀ ਮਹਾਰਾਜ ਨੇ ਰੱਖਣੀ ਸੀ। ਇਸ ਦੇ ਮਗਰੋਂ ਗੁਰੂ ਨਾਨਕ ਖਾਲਸਾ ਕਾਲਜ ਦੇ ਫੰਡ ਦੀ ਅਪੀਲ ਸੀ। ਇਸ ਸਮੇਂ ਦੇ ਪ੍ਰਧਾਨ ਸੰਤ ਜੀ ਮਹਾਰਾਜ ਸਨ, ਪਰ ਬਾਬੇ ਦੇ ਰੰਗ ਅਜੀਬ ਹਨ। ਉਸਨੇ ਆਪਣੇ ਨਾਮ ਦੀ ਲਾਜ ਰੱਖਣੀ ਸੀ ਅਤੇ ਕਾਲਜ ਦੀ ਅਪੀਲ ਪਹਿਲਾਂ ਕਰਵਾਉਣੀ ਸੀ। ਜਿਸ ਵੇਲੇ ਸਮਾਗਮ ਸ਼ੁਰੂ ਹੋਣ ਲੱਗਾ, ਅਚਾਨਕ ਹਵਾ ਦਾ ਬੁੱਲਾ ਅਜਿਹੇ ਜ਼ੋਰ ਦਾ ਆਇਆ ਕਿ ਪੰਡਾਲ ਦਾ ਲੋਹੇ ਦਾ ਥੰਮ ਹਿੱਲ ਗਿਆ। ਤਾਰਾਂ ਅਤੇ ਰੱਸੇ ਥਾਵਾਂ ਤੋਂ ਡੋਲ ਗਏ ਅਤੇ ਉੱਪਰਲਾ ਸ਼ਾਮਿਆਨਾ ਹਵਾ ਨਾਲ ਭਰ ਗਿਆ। ਸਭ ਨੂੰ ਇਹ ਭਾਸਿਆ ਕਿ ਪੰਡਾਲ ਡਿੱਗਾ ਕਿ ਡਿੱਗਾ। ਸਮੇਂ ਨੂੰ ਸਾਂਭਣ ਲਈ ਸਰਦਾਰ ਸੁੰਦਰ ਸਿੰਘ ਮਜੀਠੀਆ ਉੱਠੇ ਅਤੇ ਬੜੀ ਉੱਚੀ ਆਵਾਜ਼ ਵਿੱਚ ਆਖਿਆ, ਖਾਲਸਾ ਜੀ, ਸਾਰੇ ਬਾਹਰ ਚਲੇ ਜਾਓ। ਮਿੰਟਾਂ ਵਿੱਚ ਪੰਡਾਲ ਖਾਲੀ ਹੋ ਗਿਆ ਅਤੇ ਸਾਰੇ ਮਾਈ ਭਾਈ ਆਪਣੇ ਆਪਣੇ ਬੂਹਿਆਂ ਵਿੱਚੋਂ ਨਿਕਲ ਕੇ ਬਾਹਰ ਆ ਗਏ। ਦਾਸ ਵੀ ਸੰਤ ਜੀ ਮਹਾਰਾਜ ਦੇ ਨਾਲ ਟੁਰ ਪਿਆ ਅਤੇ ਰਾਹ ਵਿੱਚ ਡੇਰੇ ਵੱਲ ਆਉਂਦਿਆਂ ਇਹ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ, ਬਾਬੇ ਨੇ ਅਜਬ ਖੇਲ ਰਚਾਈ ਹੈ।
ਅੱਗੇ ਦੇ ਪਿੱਛੇ ਤੇ ਪਿੱਛੇ ਦੇ ਅੱਗੇ ਕਰ ਦਿੱਤੇ ਹਨ। ਬਾਬੇ ਨੇ ਮੱਕਾ ਫੇਰਿਆ, ਜਾਰੀ ਕਲਾ ਦਿਖਾਈ। ਸੰਤ ਜੀ ਮਹਾਰਾਜ ਹੱਸ ਕੇ ਬੋਲੇ, ਹਾਂ ਭਾਈ ਠੀਕ ਹੈ। ਪੰਡਾਲ ਦਾ ਸ਼ਾਮਿਆਨਾ ਲਾਉਂਦਿਆਂ ਅਤੇ ਹੋਰ ਪ੍ਰਬੰਧ ਕਰਦਿਆਂ 3:30 ਵੱਜ ਗਏ। ਐਜੂਕੇਸ਼ਨਲ ਕਮੇਟੀ ਅਤੇ ਸਬਜੈਕਟਸ ਕਮੇਟੀ ਦੇ ਮੈਂਬਰ ਪ੍ਰੋਗਰਾਮ ਅਤੇ ਗੁਰਮਤਿਆਂ ਦੀ ਵਿਚਾਰ ਲਈ ਪੰਡਾਲ ਵਿੱਚ ਚਲੇ ਗਏ ਅਤੇ ਸਾਰੇ ਦਰਵਾਜ਼ੇ ਅੰਦਰੋਂ ਬੰਦ ਕਰਵਾ ਦਿੱਤੇ। ਹੁਣ ਗੁਰੂ ਨਾਨਕ ਖਾਲਸਾ ਕਾਲਜ ਦੀ ਨੀਂਹ ਰੱਖਣ ਦਾ ਸਮਾਂ ਨੇੜੇ ਆ ਗਿਆ। ਸਾਧ ਸੰਗਤ ਸੰਤ ਜੀ ਮਹਾਰਾਜ ਨੂੰ ਜਥੇ ਸਮੇਤ ਨਾਲ ਲੈ ਨਿਯਤ ਅਸਥਾਨ ਤੇ ਆ ਪੁੱਜੀ। ਪੰਡਾਲ ਇਸ ਤੋਂ ਫਰਲਾਂਗ ਕੁ ਦੇ ਫਾਸਲੇ ਤੇ ਸੀ। ਚਾਂਦੀ ਦੀ ਕਰੰਡੀ ਸੰਤ ਜੀ ਮਹਾਰਾਜ ਦੇ ਪਵਿੱਤਰ ਹਸਤ ਕਮਲਾਂ ਵਿੱਚ ਫੜਾਈ ਗਈ ਅਤੇ ਚੂਨੇ ਦੀ ਤਗਾਰੀ ਦਾਸ ਦੇ ਹੱਥਾਂ ਵਿੱਚ। ਸ਼ਬਦਾਂ ਦੀ ਘਨ ਘੋਰ ਮਗਰੋਂ ਅਰਦਾਸਾ ਸੋਧਿਆ ਗਿਆ ਤੇ ਸੰਤ ਜੀ ਮਹਾਰਾਜ ਨੇ ਨੀਂਹ ਦੀਆਂ 5 ਇੱਟਾਂ ਆਪਣੇ ਪਵਿੱਤਰ ਹੱਥਾਂ ਨਾਲ ਰੱਖ ਦਿੱਤੀਆਂ। ਜਦ ਇਹ ਕਾਰਜ ਸੰਪੂਰਨ ਹੋ ਗਿਆ ਤਦ ਸੰਤ ਤੇਜਾ ਸਿੰਘ ਜੀ ਨੇ ਹੌਲੀ ਜਿਹੀ ਸੰਤ ਜੀ ਮਹਾਰਾਜ ਅੱਗੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਕਾਲਜ ਦੀ ਅਪੀਲ ਦਾ ਸਮਾਂ ਆ ਗਿਆ ਹੈ, ਹੁਣ ਹੁਕਮ ਹੋਵੇ ਤਾਂ ਪੰਡਾਲ ਵਿੱਚ ਚੱਲੀਏ। ਸੰਤ ਜੀ ਮਹਾਰਾਜ ਨੇ ਫਰਮਾਇਆ, ਹਾਂ ਭਾਈ, ਇਹ ਹੁਕਮ ਮੰਨ। ਦਾਸ ਨੇ ਪੰਡਾਲ ਦੇ ਦਰਵਾਜ਼ਿਆਂ ਤੇ ਖੜੇ ਪਹਿਰੇਦਾਰ ਵਲੰਟੀਅਰਾਂ ਨੂੰ, ਜਿਹੜੇ ਕਿ ਸਾਰੇ ਹੀ ਗੁਰੂ ਨਾਨਕ ਖਾਲਸਾ ਕਾਲਜ ਦੇ ਵਿਦਿਆਰਥੀ ਸਨ, ਸੁਨੇਹਾ ਭੇਜਿਆ ਕਿ ਸਾਰੇ ਬੂਹੇ ਖੋਲ੍ਹ ਦਿਓ। ਇੱਕੋ ਵਾਰੀ ਬੂਹੇ ਖੁੱਲ੍ਹੇ ਅਤੇ ਸਾਰੀ ਸੰਗਤ ਮਾਈ ਭਾਈ ਪੰਡਾਲ ਵਿੱਚ ਬਿਰਾਜੇ। ਬਾਬੇ ਦੇ ਕਾਲਜ ਦੀ ਅਪੀਲ ਵੇਲੇ ਟਿਕਟ ਦਾ ਕੋਈ ਬੰਧਨ ਨਹੀਂ ਸੀ। ਸੰਤ ਜੀ ਮਹਾਰਾਜ ਡਾਇਸ ਉੱਤੇ ਆਪਣੀ ਕੁਰਸੀ ਤੇ ਬਿਰਾਜਮਾਨ ਹੋ ਗਏ ਅਤੇ ਕਾਲਜ ਦੀ ਅਪੀਲ ਸ਼ੁਰੂ ਹੋ ਗਈ। ਕਿਸੇ ਨੂੰ ਵੀ ਪ੍ਰੋਗਰਾਮ ਬਦਲਣ ਦਾ ਹੌਸਲਾ ਨਾ ਪਿਆ। ਦਾਸ ਸੰਤ ਜੀ ਮਹਾਰਾਜ ਦੇ ਚਰਨਾਂ ਵਿੱਚ ਬੈਠਾ ਸੀ। ਸਰਦਾਰ ਮੋਹਨ ਸਿੰਘ ਜੀ ਰਈਸ ਰਾਵਲਪਿੰਡੀ ਦੇ ਨੇੜੇ ਹੀ ਸਜੇ ਹੋਏ ਸਨ। ਜਦ ਦਾਸ ਨੇ ਉਹਨਾਂ ਨੂੰ 5000 ਸੇਵਾ ਕਰਨ ਲਈ ਆਖਿਆ ਤਦ ਉਹ ਹੌਲੀ ਜਿਹੀ 500 ਬੋਲੇ। ਸੰਤ ਜੀ ਮਹਾਰਾਜ ਨੇ ਉਸੇ ਵੇਲੇ ਫਰਮਾਇਆ, ਭਾਈ ਕੀ ਘਾਟਾ ਹੈ। ਇਹ ਬਚਨ ਸੁਣ ਕੇ ਸਰਦਾਰ ਮੋਹਨ ਸਿੰਘ ਜੀ ਨੇ ਹੱਥ ਜੋੜ 5000 ਰੁਪਏ ਦੀ ਸੇਵਾ ਪ੍ਰਵਾਨ ਕਰ ਲਈ। ਸਾਰੀ ਸੰਗਤ ਵਿੱਚ ਇਸ ਦਾ ਉੱਚੀ ਆਵਾਜ਼ ਐਲਾਨ ਹੋ ਗਿਆ। ਬਸ ਸੰਤ ਜੀ ਮਹਾਰਾਜ ਦੀ ਮਿਹਰ ਦੀ ਦੇਰ ਹੀ ਸੀ ਕਿ ਸਾਰੇ ਮਾਈ ਭਾਈ ਬੜੇ ਉਤਸ਼ਾਹ ਨਾਲ ਕੋਈ ਨਕਦ, ਕੋਈ ਇਕਰਾਰੀ ਚੰਦੇ ਬੋਲਣ ਲੱਗ ਪਏ। 1.5 ਘੰਟੇ ਦੇ ਅੰਦਰ ਅੰਦਰ ਹੀ 35000 ਦੀ ਉਗਰਾਹੀ ਹੋ ਗਈ। ਅਜੇ ਅਪੀਲ ਦੇ ਸਮੇਂ ਦੇ 15 ਕੁ ਮਿੰਟ ਬਾਕੀ ਹੀ ਸਨ ਅਤੇ ਪ੍ਰੇਮੀ ਇੱਕੜ ਦੁੱਕੜ ਸੇਵਾ ਲਿਖਵਾ ਰਹੇ ਸਨ ਕਿ ਸੰਤ ਜੀ ਮਹਾਰਾਜ ਨੇ ਹੌਲੀ ਜਿਹੀ ਸੰਤ ਤੇਜਾ ਸਿੰਘ ਜੀ ਨੂੰ ਆਖਿਆ ਕਿ ਹੁਣ ਬੱਸ ਕਰ ਦਿਓ, ਪ੍ਰੇਮੀ ਚਿੱਤ ਵਿੱਚ ਹੀ ਔਖੇ ਹੋ ਰਹੇ ਹਨ। ਘਟ ਘਟ ਕੇ ਅੰਤਰ ਕੀ ਜਾਣਤ। ਦੂਜੇ ਦਿਨ ਕਾਨਫਰੰਸ ਦਾ ਦੀਵਾਨ ਉਸੇ ਤਰ੍ਹਾਂ ਹੀ ਭਰਿਆ ਅਤੇ ਪੰਡਾਲ ਵਿਖੇ 10 ਵਜੇ ਸੰਗਤਾਂ ਪੁੱਜ ਗਈਆਂ। ਦੋਹਾਂ ਪ੍ਰਧਾਨਾਂ ਦੀਆਂ ਸਪੀਚਾਂ ਦੇ ਮਗਰੋਂ ਸਿੱਖ ਨੈਸ਼ਨਲ ਵਿੱਦਿਅਕ ਫੰਡ ਦੀ ਅਪੀਲ ਹੋਈ। ਫਿਰ ਸਾਰੇ ਗੁਰਮਤੇ ਪਾਸ ਕੀਤੇ ਗਏ ਤੇ ਕਾਨਫਰੰਸ ਦਾ ਸਮਾਗਮ ਸੰਪੂਰਨ ਹੋ ਗਿਆ। ਜਿਸ ਦਿਨ ਸੰਤ ਜੀ ਮਹਾਰਾਜ ਨੇ ਗੁੱਜਰਾਂਵਾਲੇ ਪੁੱਜਣਾ ਸੀ, ਇੱਕ ਅਜਬ ਕੌਤਕ ਵਰਤਿਆ। ਇੱਧਰ ਸੰਗਤ ਨੇ ਸੰਤ ਜੀ ਮਹਾਰਾਜ ਵਾਸਤੇ ਸਰਦਾਰ ਗੁਰਮੁਖ ਸਿੰਘ ਕਰਜਾਈਏ ਦੀ ਕੋਠੀ ਨਿਯਤ ਕੀਤੀ ਹੋਈ ਸੀ ਅਤੇ ਕਈ ਮੁਖੀ ਸੱਜਣ ਉਹਨਾਂ ਨੂੰ ਲਾਹੌਰ ਤੋਂ ਲੈਣ ਗਏ ਹੋਏ ਸੀ। ਉੱਧਰ ਇੱਕ ਗਰੀਬ ਸਿੱਖ ਭਾਈ ਸ਼ਹਿਬਰ ਸਿੰਘ ਪ੍ਰੇਮ ਦੇ ਰੰਗ ਵਿੱਚ ਮਸਤ ਇਹ ਚਿਤਵ ਰਿਹਾ ਸੀ ਕਿ ਬੜਾ ਚੰਗਾ ਹੋਵੇ ਜੇ ਸੰਤ ਜੀ ਮਹਾਰਾਜ ਯਤੀਮਖਾਨੇ ਵਿੱਚ ਡੇਰਾ ਕਰਨ। ਇਸ ਖਿਆਲ ਵਿੱਚ ਮਸਤ ਇਹਨਾਂ ਨੇ ਆਪਣੇ ਚਿੱਤ ਵਿੱਚ ਇੱਕ ਖਾਸ ਕਮਰੇ ਦਾ ਧਿਆਨ ਕਰਕੇ ਸੰਤ ਜੀ ਮਹਾਰਾਜ ਦਾ ਡੇਰਾ ਲਾਵਣ ਦੀ ਸਲਾਹ ਕੀਤੀ। ਇਹ ਸੋਚ ਹੀ ਰਹੇ ਸਨ ਕਿ ਸੁਰਤ ਢਹਿੰਦੀ ਕਲਾ ਵਿੱਚ ਚਲੀ ਗਈ। ਮਨ ਨੇ ਆਖਿਆ, ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਸੰਗਤ ਅੱਗੋਂ ਲੈਣ ਗਈ ਹੋਈ ਹੈ, ਉਹ ਸਿੱਧਾ ਨੀਅਤ ਡੇਰੇ ਤੇ ਕੋਠੀ ਵਿੱਚ ਹੀ ਲੈ ਜਾਣਗੇ। ਐਨ ਇਸੇ ਵੇਲੇ ਇੱਕ ਯਤੀਮਖਾਨੇ ਦਾ ਵਿਦਿਆਰਥੀ ਮਾਸਟਰ ਸ਼ਹਿਬਰ ਸਿੰਘ ਪਾਸ ਭੱਜਾ ਆਇਆ ਅਤੇ ਆਖਿਆ, ਸੰਤ ਜੀ ਮਹਾਰਾਜ ਬਾਹਰ ਆਏ ਖੜੇ ਹਨ। ਮਾਸਟਰ ਜੀ ਝੱਟ ਆਪਣੀ ਨਿੱਕੀ ਦਸਤਾਰ ਅਤੇ ਕਛਹਿਰੇ ਨਾਲ ਹੀ ਦੌੜੇ ਆਏ। ਸਿੰਘ ਸਭਾ ਦੀ ਲਹਿਰ ਕਰਕੇ ਗੁੱਜਰਾਂ ਵਾਲੇ ਸੰਤ ਜੀ ਮਹਾਰਾਜ ਨੂੰ ਪ੍ਰੇਮੀ ਮੱਥਾ ਨਹੀਂ ਸੀ ਟੇਕਦੇ ਅਤੇ ਮਾਸਟਰ ਸ਼ਹਿਬਰ ਸਿੰਘ ਜੀ ਹੱਥ ਜੋੜ ਕੇ ਫਤਿਹ ਹੀ ਬੁਲਾਇਆ ਕਰਦੇ ਸਨ। ਪਰ ਇਸ ਵੇਲੇ ਪਤਾ ਨਹੀਂ ਇਹਨਾਂ ਦੇ ਹਿਰਦੇ ਵਿੱਚ ਕੋਈ ਐਸੀ ਖਿੱਚ ਹੋਈ ਕਿ ਇਹ ਬੇਵਸ ਹੋ ਸੰਤ ਜੀ ਮਹਾਰਾਜ ਦੇ ਚਰਨਾਂ ਤੇ ਢਹਿ ਪਏ। ਸੰਤ ਜੀ ਮਹਾਰਾਜ ਨੇ ਆਖਿਆ, ਮਾਸਟਰ ਜੀ ਗਰਮੀ ਬਹੁਤ ਹੈ, ਕਿਸੇ ਠੰਡੀ ਥਾਂ ਡੇਰਾ ਕਰਾਓ। ਮਾਸਟਰ ਜੀ ਨੇ ਪੁੱਛਿਆ, ਨਾਲ ਸੇਵਾਦਾਰ ਕਿੰਨੇ ਹਨ? ਸੰਤ ਜੀ ਮਹਾਰਾਜ ਨੇ ਆਖਿਆ ਕਿ ਇੱਕ ਹੀ ਹੈ। ਅੱਜ ਸਾਡੇ ਨਾਲ ਅਜਬ ਕੌਤਕ ਵਰਤਿਆ। ਸਾਡਾ 2nd ਕਲਾਸ ਦਾ ਡੱਬਾ ਕੱਟ ਕੇ ਡਾਕ ਨਾਲ ਲਾ ਦਿੱਤਾ ਗਿਆ। ਜਥੇ ਦੇ ਪ੍ਰੇਮੀ ਪਿਛਲੀ ਗੱਡੀ ਵਿੱਚ ਆ ਰਹੇ ਹਨ।
ਉਸੇ ਵੇਲੇ ਮਾਸਟਰ ਜੀ ਨੇ ਜਿਹੜਾ ਕਮਰਾ ਚਿਤਵਿਆ ਹੋਇਆ ਸੀ ਸਾਫ਼ ਕਰਕੇ ਸੰਤ ਜੀ ਮਹਾਰਾਜ ਦਾ ਡੇਰਾ ਕਰਾ ਦਿੱਤਾ। ਜਥਾ ਆਉਣ ਤੇ ਸਾਧ ਸੰਗਤ ਸੰਤ ਜੀ ਮਹਾਰਾਜ ਨੂੰ ਸ਼ਾਮ ਦੇ ਦੀਵਾਨ ਮਗਰੋਂ ਨੀਅਤ ਡੇਰੇ ਤੇ ਲੈ ਗਏ। ਮਾਸਟਰ ਛਿਆਬਰ ਸਿੰਘ ਜੀ ਦੀ ਆਸ਼ਾ ਪੂਰੀ ਕਰਕੇ ਸਾਧ ਸੰਗਤ ਦਾ ਪ੍ਰੇਮ ਵੀ ਸੰਤ ਜੀ ਮਹਾਰਾਜ ਨੇ ਭੰਗ ਨਹੀਂ ਕੀਤਾ। ਕਾਨਫਰੰਸ ਦੇ ਮਗਰੋਂ ਸੰਤ ਜੀ ਮਹਾਰਾਜ ਗੁਜਰਾਂਵਾਲੇ ਕਈ ਦਿਨ ਰਹੇ। ਹਾਈ ਸਕੂਲ ਦੇ ਹਾਲ ਵਿੱਚ ਦੀਵਾਨ ਲੱਗਦੇ ਅਤੇ ਸਾਰੇ ਸ਼ਹਿਰ ਦੇ ਮਾਈ ਭਾਈ ਇਕੱਤਰ ਹੋ ਕੇ ਗੁਰਬਾਣੀ ਦੇ ਠਾਠਾਂ ਮਾਰਦੇ ਸਮੁੰਦਰ ਵਿੱਚ ਨਿਤਾਪਰਤ ਮਨ ਬਚਨ ਕਰਮ ਕਰਕੇ ਇਸ਼ਨਾਨ ਕਰਦੇ। ਇੱਕ ਦਿਨ ਦੀਵਾਨ ਦੇ ਭੋਗ ਮਗਰੋਂ ਮਾਸਟਰ ਛਿਆਬਰ ਸਿੰਘ ਅਤੇ ਸਰਦਾਰ ਤੀਰਥ ਸਿੰਘ ਕਰਜਾਖੀਏ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਉਪਦੇਸ਼ਕ ਕਾਲਜ ਯਤੀਮਖਾਨੇ ਦੇ ਗੁਰਦੁਆਰੇ ਸਾਹਿਬ ਦੀ ਨੀਂਹ ਆਪ ਦੇ ਪਵਿੱਤਰ ਹਸਤ ਕਮਲਾਂ ਤੋਂ ਰਖਵਾਉਣ ਦਾ ਪ੍ਰੇਮ ਹੈ। ਕਿਰਪਾ ਕਰਕੇ ਕੋਈ ਦਿਨ ਨਿਯਤ ਕਰੋ। ਸੰਤ ਜੀ ਮਹਾਰਾਜ ਨੇ ਫਰਮਾਇਆ, ਇਹ ਨਿਹ ਬਿਲੰਬ ਧਰਮੈ ਬਿਲੰਬ ਪਾਪੈ। ਇਹ ਸ਼ਬਦ ਕਾਰਜ ਕੱਲ੍ਹ ਸਵੇਰੇ ਹੀ ਕਰੋ। ਆਸਾ ਜੀ ਦੀ ਵਾਰ ਦਾ ਦੀਵਾਨ ਯਤੀਮਖਾਨੇ ਵਿੱਚ ਹੀ ਲੱਗੇ। ਸ਼ਾਮ ਦੇ ਵੇਲੇ ਸਰਦਾਰ ਤੀਰਥ ਸਿੰਘ ਤੇ ਮਾਸਟਰ ਛਿਆਬਰ ਸਿੰਘ ਨੇ ਆਪਣੇ ਹੱਥੀਂ ਨੀਂਹ ਪੁੱਟੀ। ਦੂਜੇ ਦਿਨ ਆਸਾ ਜੀ ਦੀ ਵਾਰ ਦੇ ਦੀਵਾਨ ਦੇ ਭੋਗ ਮਗਰੋਂ ਸੰਤ ਜੀ ਮਹਾਰਾਜ ਨੇ ਇਸ ਗੁਰਧਾਮ ਦੀ ਨੀਂਹ ਰੱਖੀ। 4 ਸੱਜਣ ਸੰਤ ਜੀ ਮਹਾਰਾਜ ਦੇ ਨਾਲ ਸਨ। ਬਾਬਾ ਕਲਿਆਣ ਸਿੰਘ, ਸਰਦਾਰ ਤੀਰਥ ਸਿੰਘ, ਭਾਈ ਲਾਲ ਸਿੰਘ ਉਪਦੇਸ਼ਕ ਅਤੇ ਸੰਤ ਤੇਜਾ ਸਿੰਘ ਜੀ। ਬਹੁਤ ਚਿਰ ਇਹ ਨੀਂਹ ਇਸੇ ਤਰ੍ਹਾਂ ਹੀ ਪਈ ਰਹੀ, ਪਰ ਬਿਨਾਂ ਇਮਾਰਤ ਦੇ ਵੀ ਇਸ ਜਗ੍ਹਾ ਨੂੰ ਪ੍ਰਬੰਧਕ ਅਤੇ ਵਿਦਿਆਰਥੀ ਪਵਿੱਤਰ ਅਸਥਾਨ ਸਮਝਦੇ ਰਹੇ। ਇੱਥੇ ਸਭ ਨੂੰ ਹੁਕਮ ਸੀ ਕਿ ਕੋਈ ਜੋੜਾ ਨਾ ਲੈ ਜਾਏ। ਕੁਝ ਚਿਰ ਮਗਰੋਂ ਦਾਸ ਸੰਤ ਤੇਜਾ ਸਿੰਘ ਦੇ ਹਿਰਦੇ ਵਿੱਚ ਖਿਆਲ ਆਇਆ ਕਿ ਘੱਟ ਤੋਂ ਘੱਟ ਇੱਥੇ ਹਰੀ ਮੰਦਰ ਦੀਆਂ ਨੀਹਾਂ ਤੇ ਭਰੀਆਂ ਜਾਣ। ਸੰਗਤ ਨੇ ਆਪਣੇ ਹੱਥੀਂ ਨੀਹਾਂ ਤਿਆਰ ਕੀਤੀਆਂ ਅਤੇ ਰੋੜੀ ਕੁੱਟੀ। ਕੁਝ ਪ੍ਰੇਮੀਆਂ ਨੇ ਦਾਸ ਦੀ ਪ੍ਰੇਰਨਾ ਦੁਆਰਾ ਇੱਟਾਂ ਦੀ ਸੇਵਾ ਕੀਤੀ। ਸਤਿਗੁਰ ਦੀ ਮਿਹਰ ਨਾਲ ਅੰਦਰਲੀ ਅਤੇ ਬਾਹਰਲੀ ਪਰਿਕਰਮਾ ਦੀਆਂ ਨੀਹਾਂ ਧਰਤੀ ਤੇ ਹਮਵਾਰ ਭਰੀਆਂ ਗਈਆਂ। ਸੰਨ 1919 ਤੋਂ ਲੈ ਕੇ 1924 ਤੀਕਰ ਇਸੇ ਤਰ੍ਹਾਂ ਹੀ ਪਈਆਂ ਰਹੀਆਂ। ਫਿਰ ਸੰਤ ਜੀ ਮਹਾਰਾਜ ਵੱਲੋਂ ਦਾਸ ਨੂੰ ਗੁਰਸਾਗਰ ਸਾਹਿਬ ਮਸਤੂਆਂ ਨੇ ਦਰਸ਼ਨ ਕਰਨ ਗਿਆ। 3 ਵਾਰੀ ਇਸ਼ਾਰੇ ਹੋਏ। ਮਹਾਰਾਜ ਜੀ ਦਾ ਇਸ ਅਸਥਾਨ ਨਾਲ ਇੰਨਾ ਪ੍ਰੇਮ ਦੇਖ ਕੇ ਦਾਸ ਨੇ ਇਸ ਕੰਮ ਨੂੰ ਸ਼ੁਰੂ ਕਰ ਦਿੱਤਾ ਤੇ ਸਤਿਗੁਰ ਦੀ ਕਿਰਪਾ ਦੁਆਰਾ ਇਹ 35,000 ਦਾ ਕੰਮ 1 ਸਾਲ ਵਿੱਚ ਹੀ ਸੰਪੂਰਨ ਹੋ ਗਿਆ। ਇਸ ਦਾ ਪੂਰਾ ਜ਼ਿਕਰ ਆਪਣੇ ਥਾਂ ਸਿਰ 1924 ਦੀਆਂ ਸਾਖੀਆਂ ਵਿੱਚ ਆਵੇਗਾ। ਇੱਥੇ ਇੰਨੀ ਗੱਲ ਲਿਖਣੀ ਜ਼ਰੂਰੀ ਹੈ ਕਿ 1919 ਵਿੱਚ ਸਰਦਾਰ ਲਖਮੀ ਸਿੰਘ ਨੇ ਤੇ ਮਲਕ ਦੇਵਾ ਸਿੰਘ ਨੇ ਕੁਝ ਗੱਡੀਆਂ ਕੋਇਲੇ ਦੀਆਂ ਦਾਸ ਵੱਲ ਅਰਦਾਸ ਕਰਕੇ ਭੇਜੀਆਂ ਸਨ। ਚਿੱਤ ਵਿੱਚ ਉਤਸ਼ਾਹ ਪੈਦਾ ਹੋਇਆ ਕਿ ਇੱਟ ਪਕਾ ਕੇ ਗੁਰਦੁਆਰਾ ਸਾਹਿਬ ਨੂੰ ਸੰਪੂਰਨ ਕੀਤਾ ਜਾਵੇ। ਮਿੱਟੀ ਦਾ ਪ੍ਰਬੰਧ ਯਤੀਮਖਾਨੇ ਦੀ ਜ਼ਮੀਨ ਵਿੱਚੋਂ, ਜਿਹੜੀ ਬਾਪੂ ਸ਼ਾਮ ਸਿੰਘ ਦੇ ਪੱਠੇ ਨਾਲ ਸੀ, ਹੋ ਗਿਆ। ਬਾਪੂ ਜੀ ਨੇ ਵੀ ਆਪਣੇ ਚੱਲਦੇ ਪੱਠੇ ਵਿੱਚ ਇੱਟ ਭਰ ਕੇ ਪਕਾਉਣ ਦਾ ਬਚਨ ਕੀਤਾ, ਪਰ ਜਦ ਇਹਨਾਂ ਨੂੰ ਦਾਸ ਨੇ ਘਰ ਜਾ ਕੇ ਪੁੱਛਿਆ ਤਾਂ ਇਹ ਕਿਸੇ ਹੋਰ ਰੰਗ ਵਿੱਚ ਆ ਗਏ ਤੇ ਆਖਿਆ, ਤੂੰ ਗੁਰਦੁਆਰੇ ਬਣਾਉਣ ਦਾ ਠੇਕਾ ਲਿਆ ਹੋਇਆ ਹੈ, ਆਪੇ ਬਣ ਜਾਏਗਾ, ਅਸੀਂ ਇਹ ਸੇਵਾ ਆਪ ਕਰਾਂਗੇ। ਇਸ ਲਈ ਕੋਲਾ ਵੇਚਣਾ ਪਿਆ ਅਤੇ ਇਸ ਦੀ ਵਟਕ ਵੀ ਦੀ ਮਾਇਆ 1924 ਵਿੱਚ ਇਮਾਰਤ ਦੇ ਕੰਮ ਆਈ। ਯਤੀਮਖਾਨੇ ਦੇ ਗੁਰਦੁਆਰੇ ਦੀ ਨੀਂਹ ਰੱਖਣ ਦੇ ਮਗਰੋਂ ਸੰਤ ਜੀ ਮਹਾਰਾਜ ਟੁਰ ਪਏ। ਜਾਣ ਵੇਲੇ ਬਚਨ ਕੀਤਾ, ਅਸੀਂ ਸਹਿਜ ਸੁਭਾਅ ਜਦ ਕਦੀ ਇੱਧਰੋਂ ਲੰਘਾਂਗੇ ਤੁਹਾਡੇ ਪਾਸ ਆ ਜਾਇਆ ਕਰਾਂਗੇ। ਸੰਤ ਜੀ ਮਹਾਰਾਜ ਦੀ ਕਿਰਪਾ ਦੁਆਰਾ ਨੀਂਹ ਰੱਖਣ ਦੇ ਮਗਰੋਂ ਗੁਰੂ ਨਾਨਕ ਖਾਲਸਾ ਕਾਲਜ ਦੀ ਇਮਾਰਤ ਛੇਤੀ ਸ਼ੁਰੂ ਹੋ ਗਈ। 1.5 ਵਰ੍ਹੇ ਵਿੱਚ ਹੀ ਆਰਟਸ ਅਤੇ ਸਾਇੰਸ ਦੇ ਕਮਰੇ ਸੰਪੂਰਨ ਹੋ ਗਏ। ਸਿਰਫ ਕਾਲਜ ਦਾ ਹਾਲ ਬਾਕੀ ਰਹਿ ਗਿਆ। 34,000 ਅਪੀਲ ਦੀ ਉਗਰਾਹੀ ਵਾਲਾ ਦਮੜਾ ਸਾਰਾ ਹੀ ਵਸੂਲ ਹੋ ਗਿਆ। ਸਰਦਾਰ ਨਾਰਾਇਣ ਸਿੰਘ ਵਕੀਲ ਨੇ ਉੱਦਮ ਕਰਕੇ ਤਕੜੀ ਉਗਰਾਹੀ ਆਂਦੀ ਅਤੇ ਮੁਨਸ਼ੀ ਲੱਦਾ ਸਿੰਘ ਹਰ ਪਾਸੇ ਅਤੇ ਹਰ ਸਮੇਂ ਪੂਰੇ ਪ੍ਰੇਮ ਨਾਲ ਇਸ ਕੰਮ ਵਿੱਚ ਜੁਟੇ ਰਹੇ। ਧੰਨਵਾਦ। ਇਸ ਤੋਂ ਅਗਲੇ ਭਾਗ ਦੇ ਵਿੱਚ ਸੰਤਾਂ ਦੇ ਬਚਨਾਂ ਨੂੰ ਪੜ੍ਹਾਂਗੇ ਕਿ ਸੰਤਾਂ ਨੇ ਕਿਉਂ ਕਿਹਾ ਕਿ ਸ਼ਬਦ ਹੀ ਗੁਰੂ ਹੈ, ਦੇ ਗੁਰੂ ਨਹੀਂ। ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਕਰਿਓ ਅਤੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਅੱਗੇ ਵੀ ਸ਼ੇਅਰ ਕਰਿਓ।